ਸਤਨਾਮ ਧੰਨ ਵਾਹਿਗੁਰੂ ਧੰਨ ਵਾਹਿਗੁਰੂ ਸਾਹਿਬ ਜੀਓ ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਜੇਤਾ ਜਿਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜੇਹਾ ਤੂੰ ਕਰਾਹੇ ਤੇਹਾ ਖਾਉ ਕਰੀ ਵਖਿਆਨ ਦਾਸਨ ਦਾਸ ਕਹਿ ਜਨ ਨਾਨਕ ਜੇਹਾ ਤੂੰ ਕਰਾਹੇ ਤੇਹਾ ਖਾਉ ਕਰੀ ਵਖਿਆਨ। ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਦੇ ਪਾਵਨ ਪਵਿੱਤਰ ਖਜ਼ੂਰੀ ਅੰਦਰ ਸੁਭਾਏਮਾਨ ਗੁਰੂ ਸਵਾਰੇ ਸਤ ਸੰਗੀ ਜਨੋ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਖਜ਼ੂਰ ਨੇ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕੇ ਆਪਣੀ ਮੁਬਾਰਕ ਰਚਨਾ ਤੋਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜੋ ਉਹਨਾਂ ਦੇ ਅੰਮ੍ਰਿਤ ਬਚਨ ਨੇ 15 ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ ਹੈ। ਇਹਨਾਂ 15 ਰਾਗਾਂ ਵਿੱਚ 59 ਸ਼ਬਦ ਨੇ ਸਾਹਿਬ ਗੁਰੂ ਤੇਗ ਬਹਾਦਰ ਜੀ ਦੇ ਤੇ 59 ਸ਼ਬਦਾਂ ਤੋਂ ਇਲਾਵਾ 57 ਸ਼ਲੋਕ ਧੰਨ ਗੁਰੂ ਤੇਗ ਬਹਾਦਰ ਜੀ ਨੇ ਉਚਾਰਨ ਕੀਤੇ। ਅੱਜ ਅਸੀਂ ਕੇਵਲ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸਾਨੂੰ ਕੀ ਉਪਦੇਸ਼ ਕਰਦੀ ਹੈ, ਹਜ਼ੂਰ ਦੇ ਅੰਮ੍ਰਿਤ ਬਚਨਾਂ ਵਿੱਚੋਂ ਔਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਵਿਚਾਰ ਕਰਾਂਗੇ। ਤੇ ਅਸਲ ਵਿੱਚ ਭਾਵੇਂ ਭੱਟ ਚਾਂਦ ਦੇ ਇਹ ਸ਼ਬਦ ਅਸੀਂ ਪੜ੍ਹਨੇ ਆ, ਤੇਗ ਬਹਾਦਰ ਬੋਲਿਆ, ਉਹ ਕੇਵਲ ਸ਼ਹਾਦਤ ਤੱਕ ਹੀ ਨਹੀਂ, ਜੋ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਰਚਨਾ ਤੋਂ ਬੋਲ ਕੇ ਸਾਨੂੰ ਨਿਰਮਲ ਉਪਦੇਸ਼ ਗੁਰਮਤਿ ਦਾ ਗੁਰਬਾਣੀ ਰੂਪ ਵਿੱਚ ਦਿੱਤਾ, ਅਸੀਂ ਉਸ ਅੰਮ੍ਰਿਤ ਬਚਨਾਂ ਦੀ ਵਿਚਾਰ ਕਰਾਂਗੇ। ਕਰੋ ਕਿਰਪਾਲਤਾ, ਆਪ ਜਿਤਨੇ ਵੀ ਬੈਠੇ ਹੋ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਦੀ ਟੇਕ ਲਈਏ ਔਰ ਅਰਦਾਸ ਕਰੀਏ, ਸੱਚੀ ਸਰਕਾਰ ਆਪ ਸਭ ਥਾਈਂ ਸਹਾਇਤਾ ਕਰਨ ਵਾਲਿਓ, ਕਿਰਪਾ ਕਰੋ ਸਾਡੇ ਅੰਦਰ ਨੂੰ ਟਿਕਾ ਬਖਸ਼ੋ। ਆਪ ਸਹਾਇਤਾ ਕਰਕੇ ਆਪਣੇ ਅੰਮ੍ਰਿਤ ਬਚਨਾਂ ਦੀ ਵਿਚਾਰ ਆਪ ਹੀ ਕਰਾ ਲਵੋ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੀ 59 ਸ਼ਬਦ और 57 ਸ਼ਲੋਕ
ਸਾਰੀ ਬਾਣੀ ਤਕਰੀਬਨ ਵਿੱਚ ਹਜ਼ੂਰ ਨੇ ਹਿੰਦੀ ਦੇ ਵਿੱਚ ਉਚਾਰਨ ਕੀਤੀ ਹੈ। ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦੀ ਇੱਕ ਵਿਲੱਖਣਤਾ ਹੈ, ਆਮ ਤੁਸੀਂ ਸ਼ਬਦ ਕੋਈ ਪੜੋ ਤੇ ਉਹਨਾਂ ਵਿੱਚ ਰਹਾਉ ਦੀ ਤੁਕ ਆਉਂਦੀ ਹੈ। ਕਈ ਸ਼ਬਦਾਂ ਵਿੱਚ ਦੋ ਦੋ ਰਹਾਉ ਦੀਆਂ ਤੁਕਾਂ ਨੇ, ਤੇ ਜਿੱਥੇ ਦੋ ਰਹਾਉ ਦੀਆਂ ਤੁਕਾਂ ਨੇ ਤੇ ਉੱਥੇ ਨਾਲ ਲਿਖਿਆ ਵੀ ਮਿਲੇਗਾ ਪਹਿਲੇ ਰਹਾਉ ਤੋਂ ਬਾਅਦ ਸ਼ਬਦ ਆਵੇਗਾ ਰਹਾਉ ਦੂਜਾ। ਇਹ ਕਿਉਂ? ਪਹਿਲੇ ਰਹਾਉ ਦੇ ਕਈ ਸ਼ਬਦ ਐਸੇ ਨੇ ਜਿਨ੍ਹਾਂ ਵਿੱਚ ਚਾਰ ਤੁਕਾਂ ਰਹਾਉ ਦੀਆਂ ਨੇ, ਪਰ ਆਮ ਤੌਰ ਤੇ ਜਿੱਥੇ ਦੋ ਰਹਾਉ ਨੇ ਉਹਦਾ ਕੋਈ ਭਾਵ ਹੈ। ਪਹਿਲੀ ਰਹਾਉ ਦੀ ਤੁਕ ਵਿੱਚ ਸਤਿਗੁਰੂ ਕਿਰਪਾ ਕਰਕੇ ਆਪ ਪ੍ਰਸ਼ਨ ਕਰਦੇ ਨੇ, ਤੇ ਦੂਜੀ ਰਹਾਉ ਦੀ ਤੁਕ ਵਿੱਚ ਆਪਣੇ ਕੀਤੇ ਹੋਏ ਪ੍ਰਸ਼ਨ ਦਾ ਉੱਤਰ ਵੀ ਆਪ ਦਿੰਦੇ। ਪਹਿਲੀ ਰਹਾਉ ਸਿਰਫ ਪ੍ਰਸ਼ਨ ਹੈ, ਤੇ ਦੂਜੀ ਰਹਾਉ ਜੋ ਹੈ ਉਹ ਹਜ਼ੂਰ ਨੇ ਆਪਣੇ ਕੀਤੇ ਹੋਏ ਪ੍ਰਸ਼ਨ ਦਾ ਆਪ ਉੱਤਰ ਦਿੱਤਾ ਹੈ। ਤੁਸੀਂ ਆਮ ਤੌਰ ਤੇ ਪੜੋਗੇ ਰਹਾਉ ਦੀਆਂ ਤੁਕਾਂ ਕਈ ਵਾਰੀ ਸ਼ਬਦ ਦੇ ਵਿਚਕਾਰ ਜਾ ਕੇ ਹੋਣਗੀਆਂ, ਕਈ ਵਾਰੀ ਰਹਾਉ ਦੀਆਂ ਤੁਕਾਂ ਦੋ ਤੁਕਾਂ ਲੰਘਣ ਤੋਂ ਬਾਅਦ ਮਿਲਣਗੀਆਂ। ਆਪ 59 ਸ਼ਬਦ ਗੁਰੂ ਤੇਗ ਬਹਾਦਰ ਜੀ ਦੇ ਪੜ੍ਹਿਓ ਤੇ ਹਰ ਇੱਕ ਸ਼ਬਦ ਦੀਆਂ ਪਹਿਲੀਆਂ ਤੁਕਾਂ ਹੀ ਰਹਾਉ ਦੀਆਂ ਤੁਕਾਂ। 59 ਸ਼ਬਦਾਂ ਵਿੱਚ ਕੋਈ ਸ਼ਬਦ ਐਸਾ ਨਹੀਂ ਕਿ ਜਿੱਥੇ ਰਹਾਉ ਦੀ ਤੁਕ ਕਿਤੇ ਵਿਚਕਾਰ ਜਾ ਕੇ ਹੋਵੇ। 59 ਸ਼ਬਦਾਂ ਵਿੱਚ ਜੋ ਪਹਿਲੀ ਤੁਕ ਹੈ ਗੁਰਮੁਖੋ, ਉਹ ਪਹਿਲੀ ਤੁਕ ਹੀ ਗੁਰੂ ਜੀ ਨੇ ਰਹਾਉ ਦੀ ਤੁਕ ਬਣਾਈ ਹੈ। ਆਪ ਬਾਣੀ ਪੜ੍ਹਨ ਵਾਲੇ ਬੈਠੇ ਹੋ, ਮੈਂ ਗੁਰੂ ਤੇਗ ਬਹਾਦਰ ਜੀ ਦੇ ਸਭ ਤੋਂ ਪਹਿਲਾ ਬਚਨ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਤੇ ਸਭ ਤੋਂ ਅਖੀਰਲਾ ਬਚਨ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਅਸੀਂ ਇਹ ਦੋ ਗੱਲਾਂ ਗੁਰੂ ਜੀ ਦੀਆਂ ਸਮਝ ਆਈਏ ਤੇ ਸਾਨੂੰ ਗੁਰੂ ਤੇਗ ਬਹਾਦਰ ਜੀ ਦੇ ਸਿਧਾਂਤ ਦਾ, ਉਹਨਾਂ ਦੇ ਮੁਬਾਰਕ ਬਚਨਾਂ ਦੀ ਸਮਝ ਪੈ ਜਾਏਗੀ। ਗੁਰੂ ਤੇਗ ਬਹਾਦਰ ਜੀ ਨੇ ਸ੍ਰੀ ਰਾਗ ਵਿੱਚ ਦਾਤਾ ਜੀ ਦਾ ਕੋਈ ਸ਼ਬਦ ਨਹੀਂ, ਮਾਂਝ ਰਾਗ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਕੋਈ ਬਚਨ ਨਹੀਂ। ਗੁਰੂ ਤੇਗ ਬਹਾਦਰ ਜੀ ਨੇ ਤੀਸਰਾ ਰਾਗ ਗੁਰੂ ਗ੍ਰੰਥ ਸਾਹਿਬ ਦਾ ਗੌੜੀ ਹੈ, ਤੇ ਗੌੜੀ ਰਾਗ ਵਿੱਚ ਉਹਨਾਂ ਦੀ ਪਹਿਲਾ ਸ਼ਬਦ, ਪਹਿਲੀ ਬਾਣੀ, ਇਉਂ ਕਹਿ ਲਈਏ ਉਹਨਾਂ ਦੀ ਬਾਣੀ ਦਾ ਪਹਿਲਾ ਰਾਗ ਜੋ ਹੈ ਉਹ ਗੌੜੀ ਰਾਗ ਹੈ। ਪਹਿਲਾ ਸ਼ਬਦ ਜੋ ਆਉਂਦਾ ਹੈ ਉਹਦੇ ਵਿੱਚ ਸੱਚ ਜਾਣੋ ਗੁਰੂ ਤੇਗ ਬਹਾਦਰ ਜੀ ਨੇ ਇੱਕ ਪੂਰਨ ਪੁਰਖ, ਇੱਕ ਸੱਚਮੁੱਚ ਪਰਮਾਤਮਾ ਦੇ ਚਰਨਾਂ ਵਿੱਚ ਜੁੜੇ ਹੋਏ ਸੰਤ ਜਨ ਦੇ ਜੀਵਨ ਨੂੰ ਬਿਆਨ ਕੀਤਾ ਹੈ। ਪਹਿਲੀ ਤੁਕ ਵਿੱਚ ਪਹਿਲੇ ਸ਼ਬਦ ਵਿੱਚ ਕਹੇ, ਐ ਇਨਸਾਨ, ਜੇ ਤੂੰ ਕਿਸੇ ਮੰਜ਼ਿਲ ਤੇ ਪਹੁੰਚਣਾ ਚਾਹਨਾ ਤੇ ਇਸ ਚੀਜ਼ ਨੂੰ ਆਪਣੀ ਜ਼ਿੰਦਗੀ ਵਿੱਚੋਂ ਮੁਨਫੀ ਕਰ ਦੇ, ਇਹਨੂੰ ਤਿਆਗ ਦੇ। ਤੇ ਜਦੋਂ ਅੰਤਲਾ ਸ਼ਬਦ ਪੜਿਆ, ਕਹਿਣ ਲੱਗੇ ਜੇ ਜ਼ਿੰਦਗੀ ਵਿੱਚ ਕੁਝ ਖੱਟ ਕੇ ਚਾਹਣਾ ਚਾਹਨਾ ਤੇ ਇਸ ਵਸਤੂ ਨੂੰ ਘੁੱਟ ਕੇ ਪਕੜ ਲੈ, ਇੱਕ ਨੂੰ ਤਿਆਗ ਦੇ, ਇੱਕ ਨੂੰ ਘੁੱਟ ਕੇ ਪਕੜ ਲੈ। ਗੁਰੂ ਤੇਗ ਬਹਾਦਰ ਜੀ ਨੇ ਪਹਿਲੀ ਗੱਲ ਤਿਆਗ ਦੀ ਕੀਤੀ। ਤਿਆਗਣਾ ਕੀ ਹੈ? ਮੈਂ ਅੱਜ 2-3 ਵਿਸ਼ੇ ਬਾਣੀ ਵਿੱਚੋਂ ਅਰਜ਼ ਕਰਨੇ ਨੇ। ਇੱਕ ਤਿਆਗ, ਦੂਸਰਾ ਬੈਰਾਗ, ਤੇ ਤੀਸਰਾ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿੱਚ ਅਨੁਰਾਗ। ਤਿਆਗ ਵੀ ਹੈ, ਬੈਰਾਗ ਵੀ ਹੈ, ਤੇ ਇੱਕ ਸ਼ਬਦ ਤੁਸੀਂ ਤਿਆਗ ਤੇ ਬੈਰਾਗ ਦੇ ਅਰਥ ਸਮਝ ਗਏ ਹੋਵੋਗੇ। ਅਨੁਰਾਗ ਦਾ ਆਖਰੀ ਅਰਥ ਹੈ ਪ੍ਰੇਮ, ਸੰਸਾਰ ਤੋਂ ਭਗੌੜੇ ਹੋਣ ਵਾਲਾ ਬੈਰਾਗ ਨਹੀਂ। ਗੁਰੂ ਤੇਗ ਬਹਾਦਰ ਜੀ ਬੈਰਾਗੀ ਬਣਾ ਕੇ ਇਨਸਾਨ ਨੂੰ ਪਰਮਾਤਮਾ ਦੇ ਅਨੁਰਾਗ ਵੀ ਜੋੜ ਦਿੰਦੇ, ਪਿਆਰ ਵੀ ਜੋੜਦੇ। ਪਹਿਲੀ ਗੱਲ ਗੁਰੂ ਤੇਗ ਬਹਾਦਰ ਜੀ ਨੇ ਦੀ ਕੀਤੀ, ਕਹਿਣ ਲੱਗੇ ਤਿਆਗ ਸਕਣਾ ਤੇ ਤਿਆਗ ਦੇ। ਅੰਤਲਾ ਬਚਨ ਕਿਹਾ, ਜੇ ਇਹਨੂੰ ਤਿਆਗ ਦੇਗਾ, ਅੰਦਰ ਦਾ ਭਾਂਡਾ ਖਾਲੀ ਹੋਵੇ ਤੇ ਇਸ ਵਸਤੂ ਨੂੰ ਘੁੱਟ ਕੇ ਪਕੜ ਲੈ। ਗੁਰੂ ਤੇਗ ਬਹਾਦਰ ਜੀ ਕੀ ਤਿਆਗੀਏ? ਪਹਿਲਾ ਬਚਨ ਹੈ ਸਾਧੋ ਮਨ ਕਾ ਮਾਨ ਤਿਆਗੋ। ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਸ਼ਬਦ ਹੀ ਗੁਰੂ ਤੇਗ ਬਹਾਦਰ ਜੀ ਦਾ ਇਹ ਸਾਧੋ ਦਰ ਤੇ ਹੇ ਭਲੇ ਪੁਰਖੋ, ਹੇ ਸੰਤ ਜਨੋ, ਹੇ ਸਾਦੇ ਪੁਰਸ਼ੋ, ਜੇ ਤੁਸੀਂ ਕੁਝ ਆਪਣੀ ਜ਼ਿੰਦਗੀ ਵਿੱਚ ਕਿਸੇ ਮੰਜ਼ਿਲ ਤੇ ਪਹੁੰਚਣਾ ਚਾਹੁੰਦੇ ਹੋ ਤੇ ਸਭ ਤੋਂ ਪਹਿਲਾਂ ਆਪਣੇ ਅੰਦਰ ਦੇ ਮਾਨ ਨੂੰ ਤਿਆਗ ਦਿਓ। ਗੁਰਮੁਖੋ ਦੋ ਤੁਕਾਂ ਵੱਲ ਧਿਆਨ ਦਿਆ ਜੇ। ਪਹਿਲਾ ਸ਼ਬਦ ਪਹਿਲੀ ਤੋਕੇ ਸਾਧੋ ਮਨ ਕਾ ਮਾਨ ਤਿਆਗੋ, ਤੇ ਅਖੀਰਲੀਆਂ ਤੁਕਾਂ ਨੇ ਪਿਆਰੇ ਮਾਨ ਨੂੰ ਤਿਆਗ ਦੇ,
पर कला हंकार नूं छड्ड के कुछ नहीं बनना। तू एक चीज घुट के पकड़ लै कि राम नाम उर मैं गयो। हुण गए दा आखरी अर्थ हुंदा पकड़ना, त्याग दा अर्थ हुंदा छड्ड देना। मान नूं छड्ड दे ते नाम नूं घुट के पकड़ लै। इत्थे एक मैं होर बेनती करां कि गुरमुखी विच जदों असीं मान लिखने हैं जां बाणी विचों पढ़ने हैं, पहला मम्मा है, फिर अगे कन्ना आदि मात्रा कह सकांगे हिंदी विच, फिर आउंदा नन्ना। मान इसे तरह बनदा है। ते जदों आपां नाम लिखने हैं, इसे मान दे अखरां नूं पलट दिओ ते नाम बन जाएगा, ते नाम नूं पलट दिओ ते मान बन जाएगा। जदों आपां नाम लिखने हैं, अखर यही लगदे ने, नन्ना कन्ना ते मम्मा नाम। ते जदों मान लिखना है ते जिहड़ा नाम वाला मम्मा है, मम्मा पहला आ जाए, कन्ना ते नन्ना नाम मान। मान पलट जाए ते नाम बन जाता है। ते जिहड़ा बंदा रब दे नाम तो टुट जाए, सच जानो, वो अबमानी हो जाता है। मान नूं त्याग दे, नाम नूं घुट के पकड़ लै। साधो मन का मान त्यागो। ते अखीर ते कहन लगे राम नाम उर मैं गयो, जा कै सम नहीं कोए, जे सिमरत संकट मिटै दर्श तुहारो होए। नाम नूं घुट के पढ़ेगा ते संकट दूर होणगे, नाम नूं गह लएगा खरी के दर्शन होणगे। ते जे खंकार विच डुबा रिया, मान नूं ना त्यागिया, ते अपने अमोलक जन्म नूं तू कौडियां दे भा, कौडियां दे बदले वेच के चला जाएगा। पहले शब्द वल थोड़ा जिहा ध्यान दिया जे, क्योंकि मान छड़ना बहुत मुश्किल है। गुरमुखो, इंसान खाना त्याग सकता है, इंसान तन दे बस्तर त्याग सकता है, इंसान अपने घर बार नूं त्याग सकता है, इंसान अपने शरीर नूं भी त्याग सकता है। पर हंकार ऐसा है जिहड़ा मरण तो बाद शरीर तां सड़ जांदा है, पर हंकार नहीं सड़दा। हंकार तां मरण तो बाद अगले जन्म विच फिर जा घेरदा। मान छड्डना बहुत मुश्किल है। गुरु जी ने बाणी विच फरमाया है, कहंदे ने जे कोई बंदा माया छड्ड के ये कह दे कि देखो जी मैं तां लखां त्याग दिते, गुरु जी कहंदे ने लखां त्यागे जरूर ने, पर पहला लखां पति मैं, उदों खौमे सी मैं लखपति, ते हुण लखां दा त्यागी मैं तां उत्थे खलोती है, भावें लखपति होवे ते भावें लखां दा त्यागी होवे। गुरु साहिब दी बाणी विच कबीर जी ने एक बचन कहा, कहंदे ने कबीर माया तजी तो क्या भया, मान नूं छड्ड, साधो मन का मान त्यागो। माया तजी तो क्या भया, जो मान तजिया नहीं जाए। क्यों जी? कहन लगे मान मुनि मुन वर गले, मान सबे को खाए, साधो मन का मान त्यागो। वड्डे वड्डे ऋषि मुनि महात्मा धर्मात्मा इस अहंकार ने, इस मान ने खा लहे ने। तू मैं नूं छड़ दे। इसे बचन नूं बाबा रविदास जी ने, भगत जी ने अपनी बाणी विच कहा कि जेड़े लोग मान नूं छड़ दिंदे ने, साईं नाम उन्हां दे कोल है, ते जिन्हां ने मान नूं नहीं त्यागिया, गुरमुखो वो साईं नाम नूं कदी पा नहीं सकणगे। असीं बचन पढ़दे हां, जब खम होते मन का मान त्यागो, जब खम होते तब तू नाही, ते जिदन मान त्याग दिता अब तू ही, मैं नाही। जिदन मैं है उदों तू नहीं अंदर आएगी, ते जिस दिन तू खत्म हो गई, चेते रखी उदन हंकार खौमे बोलेगी, ते जिदन खौमे मर जाएगी उदन अंदर केवल तू रह जाएगा। कबीर जी ने इसे मान नूं त्यागन दा एक जुगत दसी। वो कहन लगे कबीर तू करता तू हुआ, मन का मान त्यागो, तू करता तू हुआ, मुझ में रहा न हूं, जब आपा पर का मिट गया, जत देखूं तत तू। पहला बचन खजूर गुरु तेग बहादुर जी ने क्या, साधो मन का मान त्यागो। ते हुण अगला बचन कीता, कहन लगे मान नूं छड़ दे, काम क्रोध संगत दुर्जन की। काम नूं त्याग दे सजना, क्रोध दी संगत तो दूर रह। ते जेड़े दुर्जन भैड़े लोक ने, परमात्मा तो तोड़न वाले साकत ने, जे किसी मंजिल ते पहुंचने उन्हां दी संगत तो छुटकारा करा ले। साधो मन का मान त्यागो, काम क्रोध संगत दुर्जन की ताते
ਐਨ ਸੁਭਾਗੋ। ਹੁਣ ਅਗਲਾ ਬਚਨ ਕੀਤਾ ਕਿ ਸੁਖ ਦੁੱਖ ਦੋਨੋਂ ਸਮ ਕਰ ਜਾਣੇ। ਜੇ ਤੇਰੇ ਤੇ ਦੁਨੀਆ ਦਾ ਕੋਈ ਦੁੱਖ ਆ ਗਿਆ ਤੇ ਇਹਦੇ ਨਾਲ ਤੈਨੂੰ ਪਰਮਾਤਮਾ ਨੇ ਸੁਖ ਵੀ ਦੇ ਦਿੱਤਾ। ਦੁੱਖ ਵਿੱਚ ਤੇ ਸੁਖ ਵਿੱਚ ਆਪਣੀ ਬਿਰਤੀ ਨੂੰ ਇੱਕ ਸਮਾਨ ਟਿਕਾ ਕੇ ਰੱਖੀ। ਸੁਖ ਦੁੱਖ ਦੋਨੋਂ ਸਮ ਕਰ ਜਾਣੇ। ਔਰ ਮਾਨ ਅਪਮਾਨਾ ਹਰਕ ਸੋਗ ਤੇ ਰਹਿ ਅਤੀਤਾ। ਤਿੰਨ ਜਗ ਤਤ ਪਛਾਨ। ਦੁੱਖ ਨੂੰ ਤੇ ਸੁਖ ਨੂੰ, ਖੁਸ਼ੀ ਨੂੰ, ਗਮੀ ਨੂੰ, ਹਰਖ ਨੂੰ ਤੇ ਸੋਗ ਨੂੰ ਇੱਕ ਬਰਾਬਰ ਜਾਣੇ। ਉਸ ਬੰਦੇ ਨੇ, ਉਸ ਅਤੀਤ ਪੁਰਸ਼ ਨੇ ਜਗਤ ਦੇ ਤੱਤ ਨੂੰ ਪਛਾਣ ਲਿਆ ਹੈ। ਗੁਰਮਖੋ ਦੇਖੋ, ਇਨਸਾਨ ਦਾ ਇੱਕ ਸੁਭਾਅ ਹੈ, ਜਿਸ ਦਿਨ ਇਹਦੇ ਕੋਲ ਦੁੱਖ ਆਉਂਦਾ ਹੈ ਉਦੋਂ ਵੀ ਇਹ ਪਰਮਾਤਮਾ ਨੂੰ ਉਲਾਮੇ ਦੇਣ ਲੱਗ ਪੈਂਦਾ ਹੈ, ਤੇ ਜਿਸ ਦਿਨ ਇਹਦੇ ਕੋਲ ਸੁੱਖ ਆ ਜਾਏ ਉਦਨ ਹੰਕਾਰੀ ਹੋ ਕੇ ਪਰਮਾਤਮਾ ਨੂੰ ਭੁਲਾ ਦਿੰਦਾ ਹੈ। ਦੁੱਖ ਵਿੱਚ ਉਲਾਮੇ ਦਿੰਦਾ ਹੈ ਤੇ ਸੁੱਖ ਦੇ ਵਿੱਚ ਇਹ ਪਰਮਾਤਮਾ ਨੂੰ ਉਂਝ ਹੀ ਵਿਸਾਰ ਦਿੰਦਾ ਹੈ। ਮੈਂ ਇੱਕ ਦੋ ਉਦਾਹਰਨ ਆਪ ਜੀ ਨੂੰ ਦੇਣੀ ਚਾਹਾਂਗਾ ਕਿ ਗੁਰੂ ਤੇਗ ਬਹਾਦਰ ਜੀ ਨੇ ਇਕੱਲਾ ਕਿਹਾ ਨਹੀਂ ਕਿ ਸੁੱਖ ਦੁੱਖ ਦੋਨਾਂ ਨੂੰ ਬਰਾਬਰ ਜਾਣ। ਸੱਚੀ ਸਰਕਾਰ ਨੇ ਸੁੱਖ ਨੂੰ ਤੇ ਦੁੱਖ ਨੂੰ ਇੱਕ ਬਰਾਬਰ ਜਾਣਿਆ ਵੀ ਹੈ। ਇੱਕ ਉਦਾਹਰਨ ਹੈ ਆਪ ਜੀ ਦੇ ਸਮਕਸ਼ ਕਿ ਗੁਰੂ ਤੇਗ ਬਹਾਦਰ ਜੀ ਅੰਮ੍ਰਿਤਸਰ ਸਾਹਿਬ ਦੀ ਤੇ ਆਗਮਨ ਹੋਇਆ ਧਰਤੀ ਤੇ। ਕਰਤਾਰਪੁਰ ਸਾਹਿਬ ਦੀ ਧਰਤੀ ਤੇ ਖਜ਼ੂਰ ਦਾ ਵਿਵਾਹ ਹੋਇਆ। ਕੀਰਤਪੁਰ ਸਾਹਿਬ ਦੀ ਧਰਤੀ ਤੋਂ ਬਖਸ਼ੀਸ਼ ਮਿਲੀ। ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਗੁਰੂ ਜੀ ਪ੍ਰਗਟ ਹੋਏ। ਗੁਰੂ ਤੇਗ ਬਹਾਦਰ ਜੀ ਦਾ ਆਗਮਨ 1621 ਦਾ ਹੈ। ਸਾਹਿਬ ਗੁਰੂ ਕਲਗੀਧਰ ਜੀ ਦਾ ਆਗਮਨ 1666 ਦਾ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਕਿਰਪਾਲੂ ਜੀ, ਉਹਨਾਂ ਦੇ ਘਰ ਅੰਦਰ ਸੰਤਾਨ ਨਾ ਤਾਂ ਕਰਤਾਰਪੁਰ ਦੀ ਧਰਤੀ ਤੇ ਨਾ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ। ਗੁਰਮਖੋ ਅਸੀਂ ਗ੍ਰਸਤੀ ਸੱਜਣ ਬੈਠੇ ਹਾਂ। ਕੋਈ ਇਨਸਾਨ ਜਦੋਂ ਆਪਣੇ ਬੱਚੇ ਦਾ ਵਿਆਹ ਕਰਦਾ ਹੈ 2-4 ਸਾਲ ਬਾਅਦ ਉਹਦੇ ਘਰ ਸੰਤਾਨ ਨਾ ਹੋਵੇ ਤੇ ਸਾਡਾ ਸਮਾਜ ਵੀ ਮੂੰਹ ਖੋਲਦਾ ਹੈ, ਸਾਡੇ ਪਰਿਵਾਰ ਦੇ ਲੋਕ ਵੀ ਟਿਕਣ ਨਹੀਂ ਦਿੰਦੇ। ਪਰ ਕਦੀ ਦੇਖੋ ਕਿ ਗੁਰੂ ਤੇਗ ਬਹਾਦਰ ਜੀ ਦੇ ਵਿਆਹ ਤੋਂ 2 ਸਾਲ ਬਾਅਦ, 4 ਸਾਲ ਬਾਅਦ ਨਹੀਂ, 30 ਸਾਲ ਬਾਅਦ ਮੇਰੇ ਪਰਮ ਪਿਤਾ ਪਰਮਾਤਮਾ ਨੇ ਉਹਨਾਂ ਦੇ ਘਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਭੇਜਿਆ। 30 ਸਾਲ ਵਿਆਹ ਤੋਂ ਬਾਅਦ ਨੇ, ਸ਼ਾਦੀ ਤੋਂ ਬਾਅਦ ਨੇ। ਹੁਣ ਦੇਖੋ, ਜਿੱਦਣ 30 ਸਾਲ ਤੋਂ ਬਾਅਦ ਇੱਕ ਗ੍ਰਸਤੀ ਦੇ ਘਰ ਪੁੱਤਰ ਹੋਵੇ, ਦੁੱਖ ਤੇ ਸੁੱਖ ਨੂੰ ਕਿਵੇਂ ਬਰਾਬਰ ਜਾਣਿਆ ਹੈ। ਬੇਨਤੀ ਮੈਂ ਕਰ ਰਿਹਾ ਕਿ 30 ਸਾਲ ਤੋਂ ਵੱਧ ਸਮਾਂ ਬਣਦਾ ਹੈ ਕਿ ਪਰਮਾਤਮਾ ਨੇ ਪੁੱਤਰ ਦੀ ਦਾਤ ਦਿੱਤੀ। ਜਿਸ ਦਿਨ ਗੁਰੂ ਤੇਗ ਬਹਾਦਰ ਜੀ ਦੇ ਘਰ ਪੁੱਤਰ ਆਇਆ, ਉਸ ਦਿਨ ਗੁਰੂ ਤੇਗ ਬਹਾਦਰ ਆਪ ਪਟਨਾ ਸਾਹਿਬ ਦੀ ਧਰਤੀ ਤੇ ਨਹੀਂ। ਦੇਖੋ, ਗੁਰੂ ਤੇਗ ਬਹਾਦਰ ਉਸ ਦਿਨ ਉੱਥੇ ਨਹੀਂ। ਅਸੀਂ ਗ੍ਰਸਤੀ ਸੱਜਣ ਜਾਣਦੇ ਹਾਂ, ਘਰ ਸੰਤਾਨ ਨੇ ਆਉਣਾ ਹੋਵੇ ਤੇ ਅਕਸਰ ਦੰਪਤੀ ਇਕੱਠੇ ਰਹਿਣਗੇ, ਯਤਨ ਕਰਨਗੇ ਵੀ ਉਸ ਆਏ ਕੋਈ ਬੱਚੇ ਨੂੰ ਅਸੀਂ ਜੀ ਆਇਆਂ ਕਹਿ ਸਕੀਏ ਜਾਂ ਉਸ ਵੇਲੇ ਕੋਲ ਹੋਈਏ। ਪਰ ਮੇਰੇ ਗੁਰੂ ਤੇਗ ਬਹਾਦਰ ਜੀ ਸੰਸਾਰ ਦਾ ਦੁੱਖ ਹਰਨ ਵਾਲੇ, ਘਰ ਦੁਸ਼ਟ ਦਮਨ ਗੁਰੂ ਕਲਗੀਧਰ ਜੀ ਨੇ ਆਉਣਾ ਹੈ ਤੇ ਆਪ ਸਤਿਗੁਰੂ ਢਾਕੇ ਦੀ ਧਰਤੀ ਤੇ ਬੈਠੇ ਨੇ। 30 ਸਾਲ ਬਾਅਦ ਵਿਆਹ ਤੋਂ ਘਰ ਰੱਬ ਨੇ, ਪਰਮਾਤਮਾ ਨੇ ਸੰਤਾਨ ਦਿੱਤੀ ਤੇ ਜਿੱਦਣ ਢਾਕੇ ਖਬਰ ਮਿਲੀ ਉਦਣ ਗੁਰੂ ਤੇਗ ਬਹਾਦਰ ਕਿਰਪਾਲੂ ਜੀ ਵਾਪਸ ਨਹੀਂ ਆਏ। ਸਾਡੇ ਵਰਗਾ ਕੋਈ ਹੁੰਦਾ ਸਭ ਕੁਝ ਛੱਡ ਕੇ ਕਹਿੰਦਾ ਚਲੋ ਰਹਿਣ ਦਿਓ ਦੁਨੀਆ ਦਾ ਦੁੱਖ, ਪਰਮਾਤਮਾ ਨੇ ਅੱਜ ਖੁਸ਼ੀ ਦਿੱਤੀ। 30 ਸਾਲਾਂ ਬਾਅਦ ਮੇਰੇ ਘਰ ਪੁੱਤਰ ਆਇਆ, ਮੈਂ ਅੱਗੇ ਨਹੀਂ ਜਾਵਾਂਗਾ। ਗੁਰੂ ਤੇਗ ਬਹਾਦਰ ਪਿਛਾ ਨਹੀਂ ਆਏ। ਆਪਣੇ ਪੁੱਤਰ ਨੂੰ 1 ਸਾਲ ਬਾਅਦ ਨਹੀਂ, 1.5 ਸਾਲ ਬਾਅਦ ਨਹੀਂ, ਜਿਸ ਦਿਨ ਕਲਗੀਧਰ ਸਵਾਮੀ ਜੀ ਦੀ ਆਰਬਲਾ 5 ਸਾਲ ਦੇ ਕਰੀਬ ਹੋ ਚੁੱਕੀ ਸੀ, ਉਸ ਦਿਨ ਪਹਿਲੀ ਵਾਰ ਪਿਤਾ ਤੇ ਪੁੱਤਰ ਦਾ ਮਿਲਾਪ ਹੋਇਆ ਸੀ। ਪੁੱਤਰ 5 ਸਾਲ ਦਾ ਹੋ ਚੁੱਕਾ ਹੈ, ਇਹ ਇਤਿਹਾਸ ਬੋਲਦਾ, ਕੇਵਲ ਕਹਿਣ ਮਾਤਰ ਨਹੀਂ। ਪੌਣੇ 5 ਸਾਲ ਦੇ ਪੁੱਤਰ ਬਾਲਾ ਪ੍ਰੀਤਮ ਗੁਰੂ ਗੋਬਿੰਦ ਰਾਏ ਜੀ ਹੋ ਗਏ, ਪਰ ਪਿਤਾ ਜੀ ਵਾਪਸ ਨਹੀਂ ਮਿਲੇ। ਜਿਸ ਦਿਨ ਪੁੱਤਰ ਨੂੰ ਪਹਿਲੀ ਵਾਰ ਦੇਖਿਆ ਤੇ ਉਸ ਦਿਨ ਪੁੱਤਰ ਨੇ ਆਪਣੀ ਜ਼ਿੰਦਗੀ ਦੇ 5 ਸਾਲ ਬਤੀਤ ਕਰ ਦਿੱਤੇ। ਪਿਆਰਿਓ, ਅੰਦਰ ਦਾ ਸੰਤੁਲਨ ਕੈਸਾ ਚਾਹੀਦਾ ਹੈ। ਮਾਨ ਨੂੰ ਤਿਆਗ ਦੇ, ਦੁੱਖ ਨੂੰ ਤੇ ਸੁੱਖ ਨੂੰ ਇੱਕ ਬਰਾਬਰ ਜਾਣ, ਹਰ ਕਿਸੇ ਸੋਗ ਤੋਂ ਉੱਪਰ ਉੱਠ ਜਾ। ਇਹੀ ਬਚਨ ਜੋ ਗੁਰੂ ਤੇਗ ਬਹਾਦਰ ਜੀ ਕਹਿੰਦੇ ਪਏ ਨੇ, ਇਹ ਪਹਿਲੇ ਸ਼ਬਦ ਵਿੱਚ ਕਹਿ ਰਹੇ ਨੇ
ਤੇ ਜਦੋਂ ਅਸੀਂ ਸੋਰਠ ਰਾਗ ਦਾ ਸ਼ਬਦ ਪੜ੍ਹਨੇ ਆ, ਉਹਦੇ ਵਿੱਚ ਸਾਹਿਬ ਨੇ ਬ੍ਰਹਮ ਗਿਆਨੀ ਦੀ ਅਵਸਥਾ ਦੱਸੀ ਹੈ। ਇੱਕ ਸ਼ਬਦ ਅਸੀਂ ਸਾਰਿਆਂ ਲਈ ਵਰਤ ਲੈਨੇ ਆ ਕਿ ਫਲਾਣਾ ਤਾਂ ਪੂਰਨ ਬ੍ਰਹਮ ਗਿਆਨੀ ਹੈ। ਗੁਰਮਖੋ, ਇੱਕ ਮੈਂ ਬੇਨਤੀ ਕਰਨਾ ਖੁਨਾ, ਬ੍ਰਹਮ ਗਿਆਨੀ ਦੀ ਅਵਸਥਾ ਨੂੰ ਕੇਵਲ ਬ੍ਰਹਮ ਗਿਆਨ ਨੂੰ ਚੀਨਣ ਵਾਲਾ ਹੀ ਜਾਣਦਾ ਹੈ। ਗੁਰੂ ਜੀ ਨੇ ਬ੍ਰਹਮ ਗਿਆਨੀ ਦੀ ਪਰਿਭਾਸ਼ਾ ਦਿੰਦਿਆਂ ਕਹਿਣ ਲੱਗੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਦੁੱਖ ਆਵੇ ਤੇ ਦੁੱਖ ਨੂੰ ਦੁੱਖ ਮੰਨੇ ਨਾ, ਸੁਖ ਸਨੇ ਅਰ ਭੈ ਨਹੀਂ ਜਾਂਕੈ। ਜਿਹੜਾ ਸੁਖ ਆਵੇ ਤੇ ਕਿਤੇ ਚਾਹ ਵਿੱਚ ਰੱਬ ਨੂੰ ਭੁੱਲ ਨਾ ਜਾਏ, ਮੋਹ ਦੀਆਂ ਤੰਦਾਂ ਸਨੇਹ ਕਰਕੇ ਪਰਿਵਾਰ ਵਿੱਚ ਨਾ ਖਚਤ ਹੋ ਜਾਏ, ਤੇ ਉਹਦੇ ਸਾਹਮਣੇ ਮਿੱਟੀ ਹੋਵੇ, ਉਹਦੇ ਸਾਹਮਣੇ ਸੋਨਾ ਆ ਜਾਏ, ਸੋਨੇ ਤੇ ਮਿੱਟੀ ਨੂੰ ਇੱਕ ਬਰਾਬਰ ਜਾਣੇ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇ ਅਰ ਭੈ ਨਹੀਂ ਜਾਂਕੈ, ਕੰਚਨ ਮਾਟੀ ਮਾਨੈ। ਅਗਲਾ ਬਚਨ ਹੈ, ਨੈ ਨਿੰਦਿਆ ਨੈ ਉਸਤਤ ਜਾਂਕੈ। ਨਾ ਤਾਂ ਉਹਦੇ ਉੱਪਰ ਨਿੰਦਿਆ ਦਾ ਅਸਰ ਹੋਵੇ ਤੇ ਨਾ ਉਸ ਮਹਾਪੁਰਸ਼ ਦੇ ਉੱਤੇ ਉਸਤਤ ਦਾ ਅਸਰ ਹੋਵੇ। ਇੱਥੇ ਮੈਂ ਇੱਕ ਖਿੰਡ ਟਿਕਣਾ ਚਾਹਨਾ, ਕਿਉਂਕਿ ਗੁਰੂ ਤੇਗ ਬਹਾਦਰ ਦੀ ਬਾਣੀ ਵਿੱਚ ਇਹ ਬੜੀ ਵਾਰੀ ਉਸਤਤ ਤੇ ਨਿੰਦਿਆ ਆਏਗਾ। ਕਈ ਵਾਰੀ ਅਸੀਂ ਪ੍ਰਸ਼ਨ ਕਰਨੇ ਆ ਕਿ ਉਸਤਤ ਅਸਲ ਵਿੱਚ ਹੈ ਕੀ ਤੇ ਨਿੰਦਿਆ ਕੀ ਹੈ। ਪਹਿਲੇ ਸ਼ਬਦ ਵਿੱਚ ਵੀ ਸਾਹਿਬ ਨੇ ਕਿਹਾ ਕਿ ਸੁਖ ਦੁੱਖ ਦੋਨੋਂ ਸਮ ਕਰ ਜਾਣੈ, ਔਰ ਮਾਨ ਅਪਮਾਨਾ ਹਰ ਕ ਸੋਗ ਤੇ ਰਹਿ ਅਤੀਤਾ, ਤਿੰਨ ਜਗ ਤਤ ਪਛਾਨਾ। ਉਸਤਤ ਨਿੰਦਾ ਦੋ ਤਿਆਗੈ, ਖੋਜੈ ਪਦ ਨਿਰਬਾਨਾ। ਪਰ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ, ਪਹਿਲਾ ਸ਼ਬਦ ਪੜ੍ਹ ਕੇ ਨਾ ਕਹਿ ਨਹੀਂ, ਮੈਨੂੰ ਤਾਂ 2-4 ਪਦਿਆਂ ਦਾ ਸ਼ਬਦ ਚੇਤੇ ਹੋ ਗਿਆ। ਕਹਿਣ ਲੱਗੇ, ਚੇਤੇ ਕਰਨਾ ਸੌਖਾ ਹੈ, ਵਿਆਖਿਆ ਕਰਨੀ ਸੌਖੀ ਹੈ, ਪਰ ਜਿਹੜੀ ਸ਼ਬਦ ਵਿੱਚ ਮੈਂ ਤੈਨੂੰ ਕਮਾਣ ਦੀ ਗੱਲ ਕਹੀਏ, ਜਨ ਨਾਨਕ ਇਹ ਖੇਲ ਕਠਨ ਹੈ, ਕਿਨਹੂ ਗੁਰਮੁਖ ਜਾਨਾ। ਇਹ ਖੇਡ ਬੜੀ ਮੁਸ਼ਕਲ ਹੈ, ਕਹਿਣਾ ਸੌਖਾ ਹੈ। ਉਸਤਤ ਨਿੰਦਾ ਦੋ ਤਿਆਗੈ, ਖੋਜੈ ਪਦ ਨਿਰਬਾਨਾ। ਜਨ ਨਾਨਕ ਇਹ ਖੇਲ ਕਠਨ ਹੈ, ਕਿਨਹੂ ਗੁਰਮੁਖ ਜਾਨਾ। ਤੇ ਸੋਰਠ ਰਾਗ ਵਿੱਚ ਕਹਿ ਰਹੇ ਨੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇ ਅਰ ਭੈ ਨਹੀਂ ਜਾਂਕੈ, ਕੰਚਨ ਮਾਟੀ ਮਾਨੈ। ਨੈ ਨਿੰਦਿਆ ਨੈ ਉਸਤਤ ਜਾਂਕੈ, ਲੋਭ ਮੋਹ ਅਭਿਮਾਨਾ। ਹਰਕ ਸੋਗ ਤੇ ਰਹੇ ਨਿਆਰੋ, ਨਾਹੇ ਮਾਨ ਅਪਮਾਨਾ। ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸਾ। ਗੁਰਮੁਖੋ, ਬ੍ਰਹਮ ਗਿਆਨੀ ਹੈ, ਕਾਮ ਕ੍ਰੋਧ ਜੈ ਪਰਸੈ ਨਾ ਹੈ। ਜਿਹਨੂੰ ਕਾਮ ਕ੍ਰੋਧ ਸਪਰਸ਼ ਹੀ ਨਾ ਕਰੇ, ਕਿਤਨੀ ਪਰਮ ਅਵਸਥਾ ਹੋਵੇਗੀ। ਇੱਥੇ ਮੈਂ ਰੁਕਣਾ ਚਾਹਨਾ, ਉਸਤਤ ਕੀ ਤੇ ਨਿੰਦਿਆ ਕੀ ਹੈ। ਸਾਡੀ ਇੱਕ ਵਾਦੀ ਹੈ ਹਿਊਮਨ ਬੀਇੰਗ। ਕੱਲਾ ਇਹ ਨਾ ਸਮਝਿਓ ਆਪ ਜੀ, ਹਰ ਬੰਦੇ ਦੇ ਅੰਦਰ ਦੀ ਇੱਕ ਅਵਸਥਾ ਹੈ। ਇਹ ਉਸਤਤ ਆਪਣੀ ਸੁਣ ਕੇ ਪ੍ਰਸੰਨ ਹੁੰਦਾ ਹੈ ਤੇ ਨਿੰਦਿਆ ਦੂਜੇ ਦੀ ਸੁਣ ਕੇ ਖੁਸ਼ ਹੁੰਦਾ ਹੈ। ਤਵੱਜੋ ਦਿਆ ਜੇ, ਉਸਤਤ ਹਮੇਸ਼ਾ ਖੁਸ਼ਾਮਦੀ ਬੰਦੇ ਕਰਦੇ ਨੇ ਤੇ ਨਿੰਦਿਆ ਹਮੇਸ਼ਾ ਈਰਖਾਲੂ ਬੰਦੇ ਕਰਦੇ। ਫਿਰ ਸਮਝਿਓ, ਉਸਤਤ ਆਪਣੀ ਹੋਵੇ ਤੇ ਮਨ ਖੁਸ਼ ਹੈ, ਨਿੰਦਿਆ ਦੂਜੇ ਦੀ ਹੋਵੇ ਤੇ ਮਨ ਆਨੰਦਿਤ ਹੈ। ਉਸਤਤ ਹਮੇਸ਼ਾ ਖੁਸ਼ਾਮਦੀ ਬੰਦੇ ਕਰਨਗੇ ਤੇ ਨਿੰਦਿਆ ਹਮੇਸ਼ਾ ਵੈਰੀ ਬੰਦੇ, ਈਰਖਾ ਵਾਲੇ ਬੰਦੇ ਕਰਨਗੇ। ਹੁਣ ਇਸਤਤ ਤੇ ਨਿੰਦਿਆ ਇੱਕ ਸਿੱਕੇ ਦੇ ਦੋ ਪਹਿਲੂ ਨੇ, ਦੋ ਪਾਸੇ ਨੇ। ਇੱਕ ਪਾਸੇ ਉਸਤਤ ਹੈ ਤੇ ਦੂਜੇ ਪਾਸੇ ਸਿੱਕੇ ਦੇ ਨਿੰਦਿਆ ਹੈ। ਉਸਤਤ ਕੀ ਤੇ ਨਿੰਦਿਆ ਕੀ ਹੈ, ਇਹਨੂੰ ਥੋੜਾ ਜਿਹਾ ਆਪਾਂ ਸਮਝ ਲਈਏ। ਗੁਰਮਖੋ, ਉਸਤਤ ਦਾ ਆਖਰੀ ਅਰਥ ਹੁੰਦਾ ਹੈ ਸਿਫਤ ਕਰਨੀ। ਬਾਬਾ ਜੀ ਨੇ ਤੇ ਬਾਣੀ ਵਿੱਚ ਕਹਿ ਕਿ ਉਸਤਤ ਮਨ ਮੈਂ ਕਰ ਨਿਰੰਕਾਰ, ਪਰ ਇੱਥੇ ਕਿਹਾ ਉਸਤਤ ਨਿੰਦਾ ਦੋ ਤਿਆਗੈ, ਨੈ ਨਿੰਦਿਆ ਨੈ ਉਸਤਤ ਜਾਂਕੈ। ਉਸਤਤ ਦਾ ਆਖਰੀ ਅਰਥ ਕੀ ਹੈ? ਇੱਥੇ ਮੈਂ ਸਧਾਰਨ ਜੀ ਇੱਕ ਉਦਾਹਰਨ ਦੇ ਦੇਣਾ। ਦੇਖੋ, ਸਾਡੇ ਸਾਹਮਣੇ ਕਿਸੇ ਫੁਲਵਾੜੀ ਦੇ ਵਿੱਚ ਕੱਲੇ ਕੰਡੇ ਨੇ, ਨਾਮ ਫੁਲਵਾੜੀ ਹੈ ਪਰ ਖੈਨ ਕੰਡੇ। ਇੱਕ ਬੰਦਾ ਉਸ ਫੁਲਵਾੜੀ ਨੂੰ ਵਧਾ ਕੇ ਪੇਸ਼ ਕਰੇ, ਇਹ ਲੋਕਾਂ ਨੂੰ ਕਹੇ, ਦੇਖੋ ਭਾਈ ਕੰਡੇ ਨਹੀਂ, ਝੂਠ ਬੋਲਦੇ ਨੇ, ਇਹ ਤਾਂ ਫੁੱਲ ਨੇ। ਕੰਡੇ ਦੀ ਸਿਫਤ ਕਰਕੇ ਫੁੱਲ ਬਣਾ ਕੇ ਪੇਸ਼ ਕਰਨਾ, ਇਹ ਉਸਤਤ ਹੈ। ਹਕੀਕਤ ਵਿੱਚ ਕੰਡਾ ਹੈ ਤੇ ਕੰਡੇ ਦੀਆਂ ਸਿਫਤਾਂ ਕਰ ਕਰਕੇ ਫੁੱਲ ਬਣਾ ਦੇਣਾ, ਇਹ ਵੀ ਅਪਰਾਧ ਹੈ। ਤੇ ਖੋਬੇ ਖਿੜਿਆ ਫੁੱਲ ਤੇ ਈਰਖਾ ਕਰਕੇ ਕਹੀਏ ਇੱਥੇ ਨਾ ਜਾਈ, ਇੱਥੇ ਫੁੱਲ ਨਹੀਂ ਕੱਲੇ ਕੰਡੇ ਨੇ। ਕੰਡੇ ਨੂੰ ਫੁੱਲ ਬਣਾ ਕੇ ਪੇਸ਼ ਕਰਨਾ, ਇਹ ਕੰਡੇ ਦੀ ਉਸਤਤ ਹੈ। ਤੇ ਫੁੱਲ ਨੂੰ ਕੰਡਾ ਕਹਿ ਕੇ ਲੋਕਾਂ ਵਿੱਚ ਪ੍ਰਚਾਰਨਾ, ਇਹ ਫੁੱਲ ਦੀ ਨਿੰਦਿਆ ਹੈ। ਫਿਰ ਬੇਨਤੀ ਸਰਵਣ ਕਰਿਓ, ਖੋਵੇ ਖਨੇਰਾ ਤੇ ਲੋਕਾਂ ਨੂੰ ਕਹੀ ਜਾਈਏ ਘਬਰਾਓ ਨਾ, ਉੱਥੇ ਚਾਨਣ ਹੈ। ਖਨੇਰੇ ਨੂੰ ਚਾਨਣ ਕਹਿਣਾ, ਇਹ ਖਨੇਰੇ ਦੀ ਉਸਤਤ ਹੈ। ਤੇ ਖੋਵੇ ਚਾਨਣ ਪ੍ਰਕਾਸ਼ ਹੋਵੇ ਤੇ ਕਹੀ ਜਾਣਾ, ਨਹੀਂ ਜੀ ਇੱਥੇ ਤਾਂ ਖਨੇਰਾ ਹੈ,
ਚਾਨਣ ਨੂੰ ਹਨੇਰਾ ਕਹਿਣਾ ਚਾਨਣ ਦੀ ਨਿੰਦਿਆ ਹੈ, ਹਨੇਰੇ ਨੂੰ ਚਾਨਣ ਕਹਿ ਦੇਣਾ ਇਹ ਸੱਚ ਜਾਣੋ ਕਿ ਉਸ ਹਨੇਰੇ ਦੀ ਉਸਤਤ ਹੈ। ਹੋਵੇ ਕਮਾਈ ਵਾਲਾ ਸਤਪੁਰਸ਼ ਈਰਖਾ ਵਸ ਹੋ ਕੇ ਉਹਦੀ ਭੰਡੀ ਪ੍ਰਚਾਰ ਕਰ ਲੱਗ ਪੈਣਾ, ਇਹ ਅਸਲ ਵਿੱਚ ਨਿੰਦਿਆ ਹੈ। ਹੋਵੇ ਬੰਦਾ ਅਪਰਾਧੀ ਤੇ ਖੁਸ਼ਾਮਦ 4 ਟਕਿਆਂ ਦੀ ਖਾਤਰ ਉਹਦੀਆਂ ਸਿਫਤਾਂ ਕਰ ਲੱਗ ਪੈਣਾ, ਇਹ ਝੂਠੀ ਉਸਤਤ ਹੈ। ਗੁਰੂ ਜੀ ਨੇ ਕਿਹਾ ਨਾ ਤੂੰ ਉਸਤਤ ਕਰੀ, ਨਾ ਤੂੰ ਨਿੰਦਿਆ ਕਰੀ, ਉਸਤਤ ਤੇ ਨਿੰਦਿਆ ਤੋਂ ਉੱਪਰ ਉੱਠ ਜਾ। ਮੈਂ ਇੱਥੇ ਇੱਕ ਉਦਾਹਰਨ ਦੇਣੀ ਚਾਹਨਾ। ਗੁਰਮਖੋ ਬਹੁਤ ਮੁਸ਼ਕਲ ਹੈ ਇਸ ਅਵਸਥਾ ਨੂੰ ਪਹੁੰਚਣਾ। ਹੁਣ ਉਸਤਤ ਤੇ ਨਿੰਦਿਆ ਹੈ ਕਿ ਦੁਨੀਆ ਵਿੱਚ ਕੋਈ ਐਸੀ ਚੀਜ਼ ਨਹੀਂ ਜਿਹਦੇ ਵਿੱਚ ਪਰਮਾਤਮਾ ਨੇ ਗੁਣ ਨਹੀਂ ਪੈਦਾ ਕੀਤਾ। ਇਹ ਬੰਦੇ ਦੀ ਬਿਰਤੀ ਉਹਨੇ ਹਾਸਲ ਕੀ ਕਰਨਾ ਹੈ। ਭਾਈ ਗੁਰਦਾਸ ਜੀ ਨੇ ਇੱਕ ਬਹੁਤ ਸੋਹਣੀ ਉਦਾਹਰਨ ਦਿੱਤੀ ਹੈ ਉਸਤਤ ਤੇ ਨਿੰਦਿਆ ਸੰਬੰਧੀ। ਭਾਈ ਗੁਰਦਾਸ ਕਹਿੰਦੇ ਨੇ ਦੇਖੋ ਬੰਦੇ ਦਾ ਨਜ਼ਰੀਆ ਕੀ ਹੈ, ਆਪੋ ਆਪਣੀ ਸੋਚ ਹੈ। ਸਾਵਣ ਦਾ ਬੱਦਲ ਆਇਆ, ਕਾਲੀਆਂ ਘਟਾਵਾਂ ਚੜੀਆਂ, ਬਿਜਲੀ ਚਮਕੀ, ਬੱਦਲ ਗਰਜਿਆ, ਤੇ ਮੋਰ ਦਾ ਸੁਭਾਅ ਹੈ ਕਿ ਉਹ ਕਾਲੀ ਘਟਾ ਨੂੰ ਦੇਖ ਕੇ ਬੜਾ ਪ੍ਰਸੰਨ ਹੁੰਦਾ ਹੈ, ਆਨੰਦਿਤ ਹੁੰਦਾ ਹੈ, ਖੁਸ਼ੀ ਵਿੱਚ ਆਉਂਦਾ ਹੈ। ਮੋਰ ਨੇ ਕਾਲਾ ਬੱਦਲ ਦੇਖਿਆ ਤੇ ਪਹਿਲਾਂ ਪਾਣ ਲੱਗ ਪਿਆ। ਉਹਦੇ ਪੰਖ, ਉਹਦੇ ਖੰਭ ਬੜੇ ਸੋਹਣੇ ਸਨ। ਜਦੋਂ ਉਹਦੇ ਖੰਭਾਂ ਨੂੰ ਇੱਕ ਗੁਣ ਲੈਣ ਵਾਲੇ ਨੇ ਦੇਖਿਆ ਤੇ ਮਨ ਚ ਆਇਆ, ਕਹਿੰਦਾ ਪਰਮਾਤਮਾ ਚਿੱਤਰਕਾਰ ਪੇਂਟਰ ਤਾਂ ਇਸ ਦੁਨੀਆ ਵਿੱਚ ਵੀ ਬੜੇ ਨੇ, ਪਰ ਤੇਰੇ ਵਰਗਾ ਚਿੱਤਰਕਾਰ, ਤੇਰੇ ਵਰਗਾ ਕੋਈ ਪੇਂਟਰ ਨਹੀਂ। ਤੂੰ ਐਸੀ ਕਿਰਪਾ ਕੀਤੀ, ਦੁਨੀਆ ਦਾ ਚਿੱਤਰਕਾਰ ਕੋਈ ਰੰਗ ਭਰੇ ਤੇ ਧੁੱਪ ਵਿੱਚ ਰੰਗ ਫੇਟ ਹੋ ਜਾਏਗਾ, ਮੀਂਹ ਵਿੱਚ ਰੰਗ ਹੋ ਸਕਦਾ ਉਤਰ ਜਾਏ, ਕੁਝ ਸਾਲਾਂ ਤੋਂ ਬਾਅਦ ਉਹਦੇ ਭਰੇ ਕੋਈ ਰੰਗ ਮੱਧਮ ਪੈ ਜਾਂਦੇ ਨੇ। ਤੂੰ ਕਿਹੋ ਜਿਹਾ ਚਿੱਤਰਕਾਰ ਹੈ ਪਰਮਾਤਮਾ, ਜਿਸ ਦਿਨ ਦੀ ਮੋਰ ਦੀ ਤੂੰ ਨਸਲ ਪੈਦਾ ਕੀਤੀ ਉਸ ਦਿਨ ਦਾ ਇਹਦੇ ਖੰਭਾਂ ਵਿੱਚ ਇਹੋ ਜਿਹਾ ਰੰਗ ਭਰ ਦਿੱਤੇ ਹੀ, ਰੰਗ ਵੀ ਤਬਦੀਲੀ ਵੀ ਕੋਈ ਨਹੀਂ ਕੀਤੀ। ਕਈ ਯੁੱਗ ਹੋ ਗਏ ਮੋਰ ਵਿੱਚ ਭਰਿਆ ਹੋਇਆ ਰੰਗ ਤੇਰਾ, ਨਾ ਤਾਂ ਇਹਨੂੰ ਧੁੱਪ ਫੇਟ ਕਰਦੀ ਏ, ਨਾ ਮੀਂਹ ਵਿੱਚ ਰੰਗ ਉਤਰਦਾ ਹੈ। ਕਿ ਪਰਮਾਤਮਾ ਤੇਰੇ ਤੋਂ ਵੱਡਾ ਚਿੱਤਰਕਾਰ ਕੋਈ ਨਹੀਂ। ਹੁਣ ਜਿੰਨੇ ਗੁਣ ਲੈਣਾ ਹੈ ਉਹਨੇ ਮੋਰ ਦੇ ਖੰਭਾਂ ਵਿੱਚੋਂ, ਮੋਰ ਦੀ ਆਵਾਜ਼ ਵਿੱਚੋਂ, ਮੋਰ ਦੀਆਂ ਅੱਖਾਂ ਵਿੱਚੋਂ ਗੁਣ ਲੈ ਲੈ। ਤੇ ਭਾਈ ਸਾਹਿਬ ਕਹਿੰਦੇ ਨੇ ਇੱਕ ਔਗਣ ਦੇਖਣ ਵਾਲਾ ਨਿੰਦਕ ਆ ਗਿਆ, ਕਹਿਣ ਲੱਗਾ ਤੂੰ ਮੋਰ ਦੇ ਖੰਭਾਂ ਦੀ ਸਿਫਤ ਕਰਨਾ, ਮੋਰ ਦੀਆਂ ਅੱਖਾਂ ਦੀ ਉਸਤਤ ਕਰਨਾ, ਤੈਨੂੰ ਇਹਦੇ ਪੈਰ ਨਹੀਂ ਨਜ਼ਰ ਆਉਂਦੇ? ਇਹਦੇ ਪੈਰ ਅੱਤ ਦੇ ਮਲੀਨ ਨੇ। ਗੁਰਮੁਖੋ ਮੋਰ ਇੱਕੋ ਹੀ ਹੈ, ਗੁਣ ਲੈਣ ਵਾਲੇ ਨੂੰ ਖੰਭ, ਅੱਖਾਂ ਤੇ ਆਵਾਜ਼ ਨਜ਼ਰ ਆਉਂਦੀ ਏ, ਤੇ ਜਿੰਨੇ ਔਗਣ ਲੈਣੇ ਨੇ ਉਹ ਕੱਲੇ ਮੋਰ ਦੇ ਪੈਰਾਂ ਨੂੰ ਦੇਖੀ ਜਾ ਰਿਹਾ। ਇੱਕ ਮੋਰ ਤੇ ਨਜ਼ਰੀਏ ਦੋ ਕਿਉਂ? ਇੱਕ ਗੁਣਾ ਦਾ ਗ੍ਰਾਹਕ ਹੈ, ਇੱਕ ਔਗਣ ਇਕੱਠੇ ਕਰਨ ਵਾਲਾ ਹੈ। ਗੁਣਵਾਨ ਜਿਹੜਾ ਉਹ ਖੰਭ ਦੇਖਦਾ ਹੈ, ਆਵਾਜ਼ ਦੇਖਦਾ ਹੈ, ਉਹ ਅੱਖਾਂ ਦੇਖਦਾ ਹੈ, ਤੇ ਔਗਣ ਇਕੱਠੇ ਕਰਨ ਵਾਲਾ ਕੇਵਲ ਪੈਰ ਦੇਖਦਾ ਹੈ। ਭਾਈ ਸਾਹਿਬ ਨੇ ਦੂਜਾ ਪ੍ਰਮਾਣ ਦਿੱਤਾ ਹੈ, ਕਹਿਣ ਲੱਗੇ ਹੁਣ ਚੰਦਨ ਦਾ ਪੇਡਾ ਹੈ, ਜਿਨੇ ਗੁਣ ਲੈਣਾ ਹੈ ਉਹ ਜਾ ਕੇ ਕਹੇਗਾ ਦੇਖੋ ਭਾਈ ਚੰਦਨ ਦੇ ਰੁੱਖ ਵਿੱਚ ਪਰਮਾਤਮਾ ਨੇ ਸੁਗੰਧੀ ਟਿਕਾ ਦਿੱਤੀ, ਚੰਦਨ ਦੇ ਰੁੱਖ ਵਿੱਚ ਠੰਡਕ ਹੈ, ਇਹਦੇ ਨੇੜੇ ਆ ਕੇ ਠੰਡ ਮਿਲਦੀ ਏ। ਤੇ ਕਹਿੰਦੇ ਨੇ ਜਿਸ ਨੇ ਔਗਣ ਲੈਣਾ ਹੈ ਨਾ, ਉਹ ਚੰਦਨ ਦੀ ਸੁਗੰਧੀ, ਚੰਦਨ ਦੀ ਸ਼ੀਤਲਤਾ, ਚੰਦਨ ਦੀ ਠੰਡਕ ਦੀ ਗੱਲ ਨਹੀਂ ਕਰੇਗਾ, ਇੱਕੋ ਗੱਲ ਕਹੇਗਾ ਤੁਸੀਂ ਚੰਦਨ ਦੀਆਂ ਸਿਫਤਾਂ ਕਰਦੇ ਪਏ, ਇਹਦੇ ਨੇੜੇ ਜਾ ਕੇ ਦੇਖੋ ਜ਼ਹਿਰੀਲੇ ਸੱਪਾਂ ਨੇ ਇਹਨੂੰ ਕਲੰਕ ਲਾਇਆ ਹੈ। ਗੁਣ ਵਾਲੇ ਨੂੰ ਚੰਦਨ ਦੀ ਸੁਗੰਧੀ ਤੇ ਠੰਡ ਮਹਿਸੂਸ ਹੁੰਦੀ ਏ, ਤੇ ਜਿਨੇ ਔਗਣ ਲੈਣਾ ਪਿਆਰਿਓ ਉਹ ਚੰਦਨ ਵਿੱਚ ਬੈਠੇ ਚੰਦਨ ਦੇ ਨਾਲ ਲਿਪਟੇ ਹੋਏ ਸੱਪ ਹੀ ਦੇਖੀ ਜਾਂਦਾ ਹੈ। ਇੱਕ ਨੂੰ ਸੱਪ ਨਜ਼ਰ ਆਉਂਦੇ ਨੇ ਤੇ ਦੂਜੇ ਨੂੰ ਚੰਦਨ ਦੀ ਠੰਡ ਦਿਸਦੀ ਹੈ। ਭਾਈ ਸਾਹਿਬ ਨੇ ਤੀਸਰੀ ਗੱਲ ਕਹੀ, ਕਹਿੰਦੇ ਨੇ ਗੁਣ ਲੈਣ ਵਾਲਾ ਕਹਿੰਦਾ ਪਰਮਾਤਮਾ ਕਿ ਦੇਖ ਤੂੰ ਇਸ ਚਿੱਕੜ ਵਿੱਚ ਕਮਲ ਦਾ ਫੁੱਲ ਪੈਦਾ ਕਰ ਦਿੱਤਾ, ਤੇਰੇ ਕੋਲ ਇੰਨੀ ਸਮਰੱਥਾ, ਤੂੰ ਚਿੱਕੜ ਵਿੱਚ ਵੀ ਖੇੜਾ ਪੈਦਾ ਕਰ ਸਕਣਾ। ਤੇ ਫੁੱਲ ਨੂੰ ਦੇਖ ਕੇ ਕਹਿੰਦਾ ਫੁੱਲ ਦੀਆਂ ਪੱਤੀਆਂ ਦੇਖੋ, ਫੁੱਲ ਦਾ ਰੰਗ ਦੇਖੋ, ਫੁੱਲ ਦੀ ਸੁਗੰਧੀ ਦੇਖੋ। ਤੇ ਔਗਣ ਇਕੱਠੇ ਕਰਨ ਵਾਲਾ ਕਹਿੰਦਾ ਤੈਨੂੰ ਫੁੱਲ ਦੀਆਂ ਪੱਤੀਆਂ ਦਿਸਦੀਆਂ ਨੇ, ਇਹਦੇ ਉੱਪਰੋਂ ਕੇਵਲ ਫੁੱਲ ਨੂੰ ਨਾ ਦੇਖ, ਇਹਦੀਆਂ ਜੜਾਂ ਵੱਲ ਝਾਤੀ ਮਾਰ, ਚਿੱਕੜ ਦੇ ਨਾਲ ਇਹਦੇ ਡੱਡੂ ਵੀ ਬੈਠਾ ਹੋਇਆ, ਉਹਨੂੰ ਕਮਲ ਫੁੱਲ ਦੇ ਕੰਡੇ, ਕਮਲ ਫੁੱਲ ਦਾ ਚਿੱਕੜ ਦਿਸਦਾ ਹੈ, ਤੇ ਗੁਣ ਵਾਲੇ ਨੂੰ ਉਹਦੇ ਵਿੱਚੋਂ ਸੁਗੰਧੀ ਦਿਸਦੀ ਹੈ। ਉਸਤਤ ਨਿੰਦਿਆ ਕਿਵੇਂ ਉਪਜਦੀ ਹੈ? ਭਾਈ ਸਾਹਿਬ ਨੇ ਚੌਥਾ ਪ੍ਰਮਾਣ ਦਿੱਤਾ ਹੈ, ਕਹਿੰਦੇ ਨੇ ਪਿਆਰਿਓ ਕਿ ਅੰਮ੍ਰਿਤ ਫਲ, ਆਪਾਂ ਅੰਬ ਦੇ ਫਲ ਨੂੰ ਅੰਮ੍ਰਿਤ ਫਲ ਵੀ ਕਹਿੰਦੇ। ਕੋਈ ਇਨਸਾਨ ਅੰਬ ਦਾ ਫਲ ਖਾਏ ਜਾਂ ਅੰਬ ਦੇ ਫਲ ਦਾ ਰਸ ਚੂਸੇ, ਅੰਬ ਨੂੰ ਚੂਸ ਲੈ,
ਤੇ ਉਸ ਦੇ ਵਿੱਚ ਇੰਨੇ ਗੁਣ ਨੇ, ਕਈ ਬਿਮਾਰੀਆਂ ਦਾ ਖਾਤਮਾ ਕਰ ਜਾਂਦਾ ਹੈ ਅੰਬ ਦਾ ਫਲ। ਹੁਣ ਇੱਕ ਸਿਫਤ ਕਰਨ ਵਾਲੇ ਨੇ ਕਹਿ ਦਿੱਤਾ, ਪਰਮਾਤਮਾ ਤੂੰ ਕਿਹੋ ਜਿਹਾ ਕਿਰਪਾਲੂ ਹੈ, ਅੰਬ ਦੇ ਪੇਡੇ ਦੀ ਲੱਕੜ ਵਿੱਚ ਅੱਗ ਹੈ, ਤੂੰ ਤਾਂ ਅੱਗ ਵਿੱਚ ਵੀ ਰਸਦਾਇਕ ਫਲ ਪੈਦਾ ਕਰ ਦਿੱਤੇ, ਇਸ ਲੱਕੜ ਵਿੱਚੋਂ ਵੀ ਰਸ ਅੰਬ ਵਿੱਚ ਭਰ ਦਿੱਤਾ, ਤੇ ਅੰਬ ਦਾ ਰਸ ਕਈ ਰੋਗ ਦੂਰ ਕਰਦਾ ਹੈ। ਔਗਣ ਇਕੱਠੇ ਕਰਨ ਵਾਲਾ ਕਹਿੰਦਾ ਹੈ ਕਿ ਅੰਬ ਦਾ ਰਸ ਨਾ ਦੇਖ, ਇਹਦੀ ਗੁਠਲੀ ਨੂੰ ਤੋੜ ਕੇ ਇਹਦੇ ਵਿੱਚ ਜਿਹੜਾ ਬੀਜ ਪਿਆ ਹੈ, ਕਦੀ ਉਹਨੂੰ ਚੱਕ ਕੇ ਦੇਖ ਲੈ, ਉਹ ਤੋਂ ਜ਼ਹਿਰ ਤੋਂ ਵੱਧ ਕੌੜਾ ਹੈ। ਪਿਆਰਿਓ, ਸੰਸਾਰ ਦਾ ਨਜ਼ਰੀਆ ਹੈ, ਕਿਸੇ ਨੂੰ ਮੋਰ ਦੇ ਖੰਭਾਂ ਵਿੱਚੋਂ ਗੁਣ ਦਿਸਦਾ ਹੈ, ਕਿਸੇ ਨੂੰ ਮੋਰ ਦੇ ਪੈਰਾਂ ਵਿੱਚੋਂ ਔਗਣ ਦਿਸਦੇ ਨੇ, ਕਿਸੇ ਨੂੰ ਚੰਦਨ ਵਿੱਚੋਂ ਸੁਗੰਧੀ ਤੇ ਸ਼ੀਤਲਤਾਈ ਠੰਡਕ ਮਿਲਦੀ ਹੈ, ਤੇ ਕਿਸੇ ਨੂੰ ਚੰਦਨ ਦੇ ਸੱਪ ਦਿਸਦੇ ਨੇ, ਕਿਸੇ ਨੂੰ ਕਮਲ ਦੇ ਫੁੱਲ ਦਾ ਖੇੜਾ ਦਿਸਦਾ ਹੈ, ਔਗਣਾ ਵਾਲੇ ਨੂੰ ਚਿੱਕੜ ਦਿਸਦਾ ਹੈ। ਗੁਣਾਂ ਨੂੰ ਗ੍ਰਹਿਣ ਕਰਨ ਵਾਲੇ ਨੂੰ ਅੰਮ੍ਰਿਤ ਫਲ ਦਾ ਰਸ ਮਹਿਸੂਸ ਹੁੰਦਾ ਹੈ, ਤੇ ਔਗਣ ਇਕੱਠੇ ਕਰਨ ਵਾਲੇ ਨੂੰ ਅੰਬ ਦੀ ਗੁਠਲੀ ਦਾ ਜ਼ਹਿਰ ਪ੍ਰਤੀਤ ਹੁੰਦਾ ਹੈ। ਤੇ ਗੁਰਮਤ ਦਾ ਸਿਧਾਂਤ ਹੈ ਕਿ ਔਗਣ ਨਾ ਇਕੱਠੇ ਕਰੀ, ਤੂੰ ਗੁਣਾਂ ਦਾ ਗ੍ਰਾਹਕ ਬਣ। ਹਜ਼ੂਰ ਨੇ ਫਰਮਾਇਆ, ਭਾਈ ਗੁਰਦਾਸ ਦੇ ਬਚਨ ਨੇ, ਜੈਸੇ ਨੈਣ ਬੈਨ ਪੰਖ ਸੁੰਦਰ ਸਰਬੰਗ ਮੋਰ, ਜਿਵੇਂ ਪਰਮਾਤਮਾ ਨੇ ਅੱਖਾਂ ਖੰਭ ਮੋਰ ਨੂੰ ਸੋਹਣੇ ਦਿੱਤੇ ਨੇ, ਜੈਸੇ ਨੈਣ ਬੈਨ ਪੰਖ ਸੁੰਦਰ ਸਰਬੰਗ ਮੋਰ, ਤਾਂ ਕਿ ਪੱਗ ਔਰ ਦੇਖ ਦੋਖ ਨਾ ਵਿਚਾਰੀਐ, ਸੰਦਲ ਸੁਗੰਧ ਅਤ ਕੋਮਲ ਕਮਲ, ਜੈਸੇ ਕੰਟਕ ਬਿਲੋਕ ਨਾ ਅਵਗਣ ਉਰ ਧਾਰੀਐ, ਜੈਸੇ ਅੰਮ੍ਰਿਤ ਫਲ ਮਿਸ਼ਟ ਗੁਨਾਦ ਸਵਾਦ, ਬੀਜ ਕਰਵਾਈ ਕੈ ਬੁਰਾਈ ਨਾ ਸੰਭਾਰੀਐ, ਤੈਸੇ ਗੁਰ ਗਿਆਨ ਦਾਨ ਸਭ ਹੂੰ ਤੇ ਮੰਗ ਲੀਜੈ। ਪਿਆਰਿਆ, ਜਿੱਥੋਂ ਤੈਨੂੰ ਗੁਣ ਮਿਲਦੇ ਨੇ ਨਾ, ਤੈਸੇ ਗੁਰ ਗਿਆਨ ਦਾਨ ਸਭ ਹੂੰ ਤੇ ਮੰਗ ਲੀਜੈ। ਕਹਿਣ ਲੱਗੇ, ਬੰਦਨਾ ਸਕਲ ਭੂਤ ਨਿੰਦਾ ਨਾ ਤਕਾਰੀਐ, ਜੇ ਨਿੰਦਕ ਬਣੇਗਾ ਤੇ ਚੇਤੇ ਰੱਖੀ ਈਰਖਾ ਪਨਪੇਗੀ, ਜੇ ਪਿਆਰਿਆ ਖੁਸ਼ਾਮਦੀ ਬਣੇਗਾ ਤੇ ਝੋਠੀਆਂ ਉਸਤਤਾਂ ਕਰੇਗਾ। ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ, ਜਿਹੜਾ ਬ੍ਰਹਮ ਗਿਆਨੀ ਹੈ ਉਹ ਨਾ ਉਸਤਤ ਕਰਦਾ, ਨਾ ਨਿੰਦਿਆ ਕਰਦਾ, ਨਾ ਹਰਕ ਵਿੱਚ ਪੈਂਦਾ, ਨਾ ਸੋਗ ਵਿੱਚ ਪੈਂਦਾ, ਨਾ ਉਹ ਮਿੱਟੀ ਨੂੰ ਤੱਕਦਾ, ਨਾ ਸੋਨੇ ਨੂੰ ਤੱਕਦਾ। ਉਹਨੂੰ ਗੁਰੂ ਤੇਗ ਬਹਾਦਰ ਕਹਿੰਦੇ ਨੇ ਪੂਰਨ ਪੁਰਸ਼ ਹੈ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇ ਅਰ ਭੈ ਨਹੀਂ ਜਾਂਕੈ, ਕੰਚਨ ਮਾਟੀ ਮਾਨੈ, ਨੈ ਨਿੰਦਿਆ ਨੈ ਉਸਤਤ ਜਾਂਕੈ, ਲੋਭ ਮੋਹ ਅਭਿਮਾਨਾ, ਖਰਕ ਸੋਗ ਤੇ ਰਹੇ ਨਿਆਰੋ, ਨਾਏ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸ਼ਾ, ਕਾਮ ਕ੍ਰੋਧ ਜੈ ਪਰਸੈ ਨਾਹਿਨ, ਤੇ ਘਟ ਬ੍ਰਹਮ ਨਿਵਾਸਾਂ। ਉਸ ਦੇ ਅੰਦਰ ਬ੍ਰਹਮ ਦਾ ਨਿਵਾਸ ਹੈ, ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ। ਤੇ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਪੜੋ। ਗੁਰੂ ਸਾਹਿਬ ਨੇ ਕਿਹਾ, ਬ੍ਰਹਮ ਗਿਆਨੀ 5 ਤੱਤਾਂ ਤੋਂ 5 ਗੁਣ ਲੈਂਦਾ ਹੈ, ਤੇ 5 ਤੱਤਾਂ ਦੀ ਰਹਿਤ ਜੀਂਦਾ ਹੈ ਬ੍ਰਹਮ ਗਿਆਨੀ। ਹੁਣ 5 ਤੱਤ ਨੇ, ਪਾਣੀ, ਅੱਗ, ਹਵਾ, ਮਿੱਟੀ ਤੇ ਆਕਾਸ਼। ਇਹ 5 ਤੱਤ ਨੇ ਤੇ 5 ਤੱਤਾਂ ਦੀ ਇੱਕ ਰਹਿਤ ਹੈ, ਹਰ ਤੱਤ ਦੀ ਆਪਣੀ ਰਹਿਤ ਹੈ। ਬ੍ਰਹਮ ਗਿਆਨੀ 5 ਤੱਤਾਂ ਦੀ ਰਹਿਤ ਵਿੱਚੋਂ ਇੱਕ ਇੱਕ ਰਹਿਤ ਲੈ ਕੇ ਆਪਣੇ ਜੀਵਨ ਨੂੰ ਕਮਾਉਂਦਾ ਹੈ। ਮੈਂ ਅਰਜ਼ ਕੀਤੀ, ਕਾਮ ਕ੍ਰੋਧ ਜੈ ਪਰਸੈ ਨਾਹਿਨ, ਤੇ ਘਟ ਬ੍ਰਹਮ ਨਿਵਾਸਾਂ। ਤੇ ਬ੍ਰਹਮ ਨਿਵਾਸਾ ਜਿਹਦੇ ਵਿੱਚ ਹੈ, ਸਭ ਤੋਂ ਪਹਿਲੀ ਗੱਲ ਕਿ ਬ੍ਰਹਮ ਗਿਆਨੀ ਪਾਣੀ ਦੀ ਤਰ੍ਹਾਂ ਹੈ, ਉਹ ਤੱਤਾਂ ਤੋਂ ਗੁਣ ਲੈਂਦਾ ਹੈ। ਕਿਵੇਂ ਜੀ? ਪਾਣੀ ਕਦੀ ਵੀ ਮੈਲਾ ਨਹੀਂ ਹੁੰਦਾ, ਜਿਤਨਾ ਮਰਜੀ ਮੈਲਾ ਹੋ ਜਾਏ, ਪਰ ਉਹਦੇ ਵਿੱਚ ਨਿਰਮਲਤਾਈ ਦੇ ਤੱਤ ਮੌਜੂਦ ਨੇ। ਜਿਵੇਂ ਪਾਣੀ ਨਿਰਮਲ ਤੋਂ ਨਿਰਮਲਾ ਹੈ, ਉਹ ਮੈਲ ਕੱਢ ਕੇ ਫਿਰ ਵੀ ਨਿਰਮਲ ਹੈ, ਇਸੇ ਤਰ੍ਹਾਂ ਬ੍ਰਹਮ ਗਿਆਨੀ ਕਰੋੜਾਂ ਪਾਪੀਆਂ ਦੇ ਅੰਦਰ ਧੋ ਕੇ, ਕਰੋੜਾਂ ਮਲੀਨ ਬਿਰਤੀ ਵਾਲਿਆਂ ਦੇ ਕੋਲ ਬੈਠ ਕੇ ਵੀ ਨਿਰਮਲ ਦਾ ਨਿਰਮਲ ਹੈ। ਪਾਣੀ ਮੈਲ ਕੱਢਦਾ ਪਰ ਆਪ ਮੈਲਾ ਨਹੀਂ, ਫਿਰ ਨਿਰਮਲ ਦਾ ਨਿਰਮਲ ਹੈ। ਗੁਰੂ ਜੀ ਨੇ ਕਿਹਾ, ਬ੍ਰਹਮ ਗਿਆਨੀ ਵਿੱਚ ਪਹਿਲਾ ਲੱਛਣ ਇਹ, ਜਿਹਨੇ ਬ੍ਰਹਮ ਨੂੰ ਪਹਿਚਾਣਿਆ ਉਹ ਪਾਣੀ ਦੀ ਤਰ੍ਹਾਂ ਨਿਰਮਲ ਹੈ। ਦੂਜਾ, ਬ੍ਰਹਮ ਗਿਆਨੀ ਵਿੱਚ ਗੁਣ ਹੈ ਕਿ ਉਹ ਅੱਗ ਦੇ ਸੁਭਾਅ ਵਾਲਾ ਹੈ। ਅੱਗ ਤਾਂ ਸਾੜਦੀ ਹੈ ਨਹੀਂ, ਅੱਗ ਦਾ ਇੱਕ ਸੁਤੇ ਸਿੱਧ ਸੁਭਾਅ ਹੈ ਕਿ ਕੋਈ ਵੀ ਅੱਗ ਦੇ ਕੋਲ ਆਵੇ, ਉਹਨੇ ਆਪਣੇ ਕੋਲ ਆਏ ਹੋਏ ਨੂੰ ਨਿੱਘ ਦੇਣਾ ਹੈ। ਅੱਗ ਦਾ ਸੁਭਾਅ ਹੈ ਉਹ ਸੋਨੇ ਦੀ ਮਹਿਲ ਸਾੜ ਦੇਗੀ, ਤੇ ਬ੍ਰਹਮ ਗਿਆਨੀ ਕੋਲ ਕੋਈ ਸੁਤੇ ਸਿੱਧ ਆਵੇ ਤੇ ਆਪਣੀ ਨਿੱਘ, ਆਪਣੇ ਅੰਦਰ ਦਾ ਸੁਖ ਹਰ ਇੱਕ ਆਏ ਹੋਏ ਨੂੰ ਉਹ ਬਖਸ਼ ਦਿੰਦਾ ਹੈ। ਤੀਸਰਾ ਤੱਤ ਹੈ
ਖਵਾ ਦਾ ਸੁਭਾਅ ਹੈ ਸਮਦ੍ਰਿਸ਼ਟਤਾ। ਖਵਾ ਗਰੀਬ ਨੂੰ ਵੀ ਉਹ ਸੁਖ ਦੇਗੀ, ਅਮੀਰ ਨੂੰ ਵੀ ਉਹ ਸੁਖ ਦੇਗੀ। ਬ੍ਰਹਮ ਗਿਆਨੀ ਕੋਲ ਉੱਚੇ ਮਹੱਲਾਂ ਵਾਲਾ ਆ ਜਾਏ ਤੇ ਕੱਖਾਂ ਦੀ ਕੁੱਲੀ ਵਿੱਚ ਰਹਿਣ ਵਾਲਾ ਆ ਜਾਏ, ਉਹਦੀ ਦ੍ਰਿਸ਼ਟੀ ਵਿੱਚ ਕਦੀ ਅੰਤਰ ਨਹੀਂ ਆਉਂਦਾ। ਉਹ ਖਵਾ ਦੀ ਤਰ੍ਹਾਂ ਸਮਦ੍ਰਿਸ਼ਟੀ ਹੈ। ਚੌਥਾ ਤੱਤ ਹੈ ਕਿ ਮਿੱਟੀ, ਹੁਣ ਧਰਤੀ ਨੂੰ ਕੋਈ ਪੱਟ ਲੈ ਤੇ ਧਰਤੀ ਰੋਂਦੀ ਨਹੀਂ, ਉਹ ਉਲਾਮੇ ਨਹੀਂ ਦਿੰਦੀ। ਤੇ ਜੇ ਕੋਈ ਧਰਤੀ ਤੇ ਚੰਦਨ ਦਾ ਲੇਪਣ ਕਰਦਾ ਤੇ ਧਰਤੀ ਸਿਫਤਾਂ ਨਹੀਂ ਕਰਦੀ। ਰੱਬ ਦੇ ਪਿਆਰੇ ਨੂੰ ਕੋਈ ਭੈੜੇ ਸ਼ਬਦ ਬੋਲੇ ਤੇ ਚੇਤੇ ਰੱਖੋ ਬ੍ਰਹਮ ਗਿਆਨੀ ਕਦੀ ਵੀ ਸਰਾਪ ਨਹੀਂ ਦਿੰਦਾ। ਤੇ ਜੇ ਲੋਕ ਉਹਨੂੰ ਜੀ ਆਇਆਂ ਕਹਿਣ ਤੇ ਲੋਕਾਂ ਦੀਆਂ ਝੂਠੀਆਂ ਉਸਤਾਂ ਨਹੀਂ ਕਰਦਾ। ਮੈਂ ਅਰਜ਼ ਕੀਤੀ ਪੰਜਵਾਂ ਤੱਤ ਹੈ ਆਕਾਸ਼। ਕਿਤੇ ਵੀ ਚਲੇ ਜਾਓ ਆਕਾਸ਼ ਪਰਿਪੂਰਨ ਹੈ। ਇਸ ਧਰਤੀ ਤੇ ਵੀ ਆਕਾਸ਼ ਹੈ। ਅਮਰੀਕਾ ਚਲੇ ਜਾਓ ਇਹੀ ਆਕਾਸ਼ ਉੱਤੇ ਹੈ। ਜਿਵੇਂ ਇਨਸਾਨ ਹਰ ਥਾਂ ਤੇ ਆਕਾਸ਼ ਨੂੰ ਜਾਣਦਾ ਹੈ, ਬ੍ਰਹਮ ਗਿਆਨੀ ਦੇ ਅੰਦਰ ਇੰਨਾ ਚਾਨਣ ਹੈ, ਉਹ ਕਿਤੇ ਵੀ ਚਲਾ ਜਾਏ ਪਰਿਪੂਰਨ ਪਰਮਾਤਮਾ ਨੂੰ ਸਦਾ ਸਰਬ ਵਿਆਪਕ ਹੀ ਜਾਣਦਾ। ਪੰਜ ਤੱਤ ਨੇ ਤੇ ਪੰਜਾਂ ਤੱਤਾਂ ਦੇ ਪੰਜ ਗੁਣ ਨੇ। ਪਹਿਲਾ ਗੁਣ ਹੈ ਪਾਣੀ ਦਾ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ